मम्मा मन स्यों काज है मन साधे सिद्ध होए। फिर तू ख्याल विच लाओ भी मन का अपना कोई स्वरूप नहीं है। मन पैदा हुंदा है अविद्या तो, अज्ञानता तो, भरम तो। इस करके मन वास्तविक नहीं है। ये वैसा ही हो जाता है जैसे आकार नूं धारण कर लैंदा है अपने अंदर। शुद्ध चेतना ते जदों यह बाहर संसार दे अक्ष पैंदा है संसार दी छाया पैंदी ही है, इहो ही माया है। तो वो जिहड़ी छाया है अंदर तुहाडे पै रही चित्र बन रहे हैं, तो उन्हां चित्रां नूं तुसीं अंदर पकड़ लैंदे हो। पकड़दे किवें हो कि कुछ क चित्र तुसीं कहिंदे हो अपने हन, ਆਪਣਿਆਂ ਨੂੰ ਤੁਸੀਂ ज़्यादा पकड़ते हो, ख्याल विच रखते हो। ਆਪਣੇ ਤੁਹਾਡੇ ਬਾਹਰ नहीं ਹਨ, बाहर तो ਤੁਸੀਂ देख रहे हो चित्र अंदर बन रहे हैं तो चित्रां नूं संभालते हो। ਜਿਹੜੇ चित्रां नूं ज़्यादा संभालते हो वो अपने हुंदे हैं, तुहाडे ख्याल विच बने रहिंदे हन। आप बगाने तो नहीं बनते। तो ਜਿਹੜੇ चित्रां ते आकर्षित हो जाते हो, समोहित हो जाते हो, उन्होंने पकड़ते रहंदे हो। वो ही रंग है कह ली संसार दा, रंग अंदर लग गया, चित्र बन चित्रगुप्त इहो ही अंदर इन्हां नाल लेखा जोखा होना। फिर जिहड़े चित्र बन रहे हैं तो उन्हां दे नाल मन जुड़ जाता है, उस भाव दे विच सोचना शुरू कर दिंदा है। मन वो आकार भी ले लैंदा है जैसा आकार सोचता है बाहर। इस कारण रात सपने आउंदे हैं तो उन्हां दे विच आकार दिखते हैं। तो रात नूं बुद्धि ते सुत्ती हुंदी है, इस करके सपने दे विच आकार जिहड़े हन वो लड़ीवार नहीं आउंदे हैं। जैसे भी आउंदे हैं वैसे ही मन देखदा रहिंदा। ते दिने जिहड़े आकार हन उन्हां नूं आदमी सोच सोच के बनाउंदा है, लड़ीवार लैके आउंदा है। तो जिन्ने भी सिमरती दे विच पए होए हैं वो सारे ही देखो किड्डी स्पीड दे नाल वो ख्याल विच आउणे शुरू हो जाते हैं। जिवें तुहानूं कोई पुरानी गल पुछे, कोई घटना तुहानूं बचपन दी याद होवे तो तुहानूं घटना दे नाल जिहड़े जुड़े होए हन लोग वो भी ख्याल विच होणगे, तो उन्हां दे आकार अंदर बने होए हैं। ਜਦੋਂ ਤੁਸੀਂ ਗੱਲ ਕਰੋਗੇ तो वो आकार एकदम उभर के ਤੁਹਾਡੇ सामने आ जाने। वो पुराने देखो भावें ਤੁਸੀਂ बहुत चिर बाद याद करो। हाँ ज़्यादा गहरा होवे तो थोड़ा याद करन नूं टाइम लग जाता है, जे वार वार याद किया होवे फिर छेती उपर आ जाता है। जिवें कोई फाइल उपर आउंदी गई तुसीं वार वार याद करते गए उपर ही, कई फाइलां बिल्कुल थल्ले चले जांदियां यादाश्त।
ਉਹ ਉੱਪਰ ਆਉਣ ਨੂੰ ਟਾਈਮ ਲੱਗਦਾ, ਕਈ ਭੁੱਲ ਜਾਂਦੀਆਂ ਚਿੱਤਰ। ਇੱਦਾਂ ਚਿੱਤਰ ਹਨ ਅਤੇ ਉਹਨਾਂ ਚਿੱਤਰਾਂ ਦੇ ਨਾਲ ਮਨ ਜੁੜਦਾ ਹੈ, ਅਤੇ ਜੈਸੇ ਹੀ ਚਿੱਤਰ ਦੇ ਨਾਲ ਜੁੜਦਾ ਹੈ ਵੈਸਾ ਹੀ ਆਪਣਾ ਰੂਪ ਬਣਾ ਲੈਂਦਾ ਹੈ, ਵੈਸਾ ਹੀ ਰੰਗ ਉਹਨੂੰ ਚੜ੍ਹ ਜਾਂਦਾ ਹੈ। ਕਹਿੰਦੇ ਹਨ ਨਾ, ਰੰਗ ਚੜ੍ਹ ਗਏ, ਜੈਸੀ ਸੰਗਤ ਤੈਸੀ ਰੰਗਤ। ਵੈਸਾ ਹੀ ਉਹ ਸੋਚਣਾ ਸ਼ੁਰੂ ਕਰ ਦਿੰਦਾ ਹੈ, ਵੈਸਾ ਹੀ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਕੋਈ ਮਾਇਆ ਬਾਰੇ ਸੋਚ ਰਿਹਾ ਹੈ ਤਾਂ ਉਹਨੂੰ ਮਾਇਆ ਦਾ ਰੰਗ ਚੜ੍ਹ ਗਿਆ, ਮਾਇਆ ਦੀ ਧਾਰਨਾ, ਤਾਂ ਮਾਇਆ ਵੱਲ ਹੀ ਉਹ ਸੋਚੇਗਾ, ਧਨ ਵੱਲ, ਪੈਸੇ ਵੱਲ, ਕਿਵੇਂ ਇਕੱਠੇ ਕਰਾਂ ਵੱਧ ਤੋਂ ਵੱਧ। ਜਾਂ ਕੋਈ ਇਸਤਰੀ ਬਾਰੇ ਸੋਚ ਰਿਹਾ ਹੈ, ਉਹਦੇ ਅੰਦਰ ਕਾਮ ਦਾ ਵਿਚਾਰ ਚੱਲ ਰਿਹਾ ਹੈ, ਤਾਂ ਉਹਨੂੰ ਆਪਾਂ ਕਾਮੀ ਕਹਿ ਦਿੰਦੇ। ਸਰੀਰ ਤੇ ਸਰੀਰਾਂ ਵਰਗਾ ਹੀ ਹੈ, ਪਰ ਅੰਦਰ ਵਿਚਾਰ ਕਾਮ ਦਾ ਹੈ, ਇਸਤਰੀ ਦਾ ਹੈ, ਭੋਗਣ ਦਾ ਹੈ, ਅਤੇ ਇੱਕਦਮ ਉਹ ਕਾਮੀ ਹੋ ਗਈ। ਫਿਰ ਮਨ ਬਹੁਤ ਛੇਤੀ ਬਦਲਦਾ ਹੈ, ਖਿਆਲ ਵਿੱਚ ਰੱਖੋ। ਇੱਕਦਮ ਬਹੁਤ ਚੰਚਲ ਹੈ ਨਾ, ਇਸ ਕਰਕੇ ਪਕੜਨਾ ਕਠਿਨ ਹੈ ਮਨ ਨੂੰ, ਬਹੁਤ ਸਪੀਡ ਨਾਲ ਚੱਲ ਰਿਹਾ। ਅਰਜਨ ਨੇ ਕਿਹਾ ਸੀ ਨਾ, ਭਗਵਾਨ ਮਨ ਪਵਨ ਕੇ ਸਮਾਨ ਹੈ, ਵੀ ਹਵਾ ਵਰਗਾ ਹੈ, ਫੜੀਏ ਕਿ ਇੱਕਦਮ ਬਦਲਦਾ ਹੈ। ਜਿਵੇਂ ਇਵੇਂ ਸਮਝ ਲਓ ਤੁਸੀਂ ਵੀ ਇਕਾਂਤ ਵਿੱਚ ਬੈਠਣ ਵਾਸਤੇ ਕਿਸੇ ਨਦੀ ਦੇ ਕਿਨਾਰੇ ਚਲੇ ਗਏ, ਜਾਂ ਸਮੁੰਦਰ ਕਿਨਾਰੇ ਬੀਚ 'ਤੇ ਬੈਠੇ ਹੋ, ਅਤੇ ਉੱਥੇ ਕੋਲੇ ਹੀ ਕੋਈ ਹਣ ਕੇ ਮੌਜ ਮਸਤੀ ਕਰਨ ਲੱਗ ਪਏ, ਕੁਛ ਇਸਤਰੀ ਪੁਰਸ਼, ਅਤੇ ਤੁਹਾਨੂੰ ਦੇਖ ਕੇ ਖਿਆਲ ਆਉਣਾ ਸ਼ੁਰੂ ਹੋ ਗਿਆ ਵੀ ਮੈਂ ਵੀ ਬੈਠਾ ਹੋਇਆ, ਦੇਖੋ ਕਿੰਨੇ ਮਜ਼ੇ ਕਰ ਰਹੇ ਜ਼ਿੰਦਗੀ ਦੇ, ਅਤੇ ਜ਼ਿੰਦਗੀ ਮਜ਼ੇ ਕਰਨ ਵਾਸਤੇ ਸੀ। ਤੋ ਖਿਆਲ ਆਉਂਦਿਆਂ ਹੀ ਫਿਰ ਤੁਸੀਂ ਉਹ ਭੋਗਾਂ ਬਾਰੇ, ਉਹ ਮਜ਼ੇ ਕਰਨ ਬਾਰੇ ਸੋਚਣ ਲੱਗ ਪਏ, ਅਤੇ ਇੱਕਦਮ ਬਦਲ ਗਏ। ਜੋਗੀ ਬਣ ਬੈਠਾ ਸੀ ਅਤੇ ਇੱਕਦਮ ਖਿਆਲ ਆਇਆ ਅਤੇ ਭੋਗੀ ਬਣ ਬਹਿ ਗਿਆ। ਮਨ ਇੱਕੋ ਜਿਹਾ ਥੋੜ੍ਹੀ ਹੈ, ਇਸ ਕਰਕੇ ਬੰਦਾ ਇੱਕੋ ਜਿਹਾ ਥੋੜ੍ਹੀ ਹੈ, ਸਾਰੀ ਦਿਹਾੜੀ ਬਦਲਦਾ ਰਹਿੰਦਾ ਹੈ। ਤੁਸੀਂ ਕਈ ਵਾਰ ਸਾਧੂ ਪੁਰਸ਼ ਬਣ ਜਾਂਦੇ ਹੋ, ਕਈ ਵਾਰ ਰਿਕਾਰਡਿੰਗ ਸੁਣਦੇ ਸੁਣਦੇ ਬਿਲਕੁਲ ਹੀ ਸਾਧੂ ਪੁਰਸ਼ ਬਣ ਜਾਂਦੇ, ਸ਼ਾਂਤ ਹੋ ਜਾਂਦਾ ਹੈ ਮਨ। ਅਤੇ ਜਦੋਂ ਕ੍ਰੋਧ ਦੇ ਵਿੱਚ ਆ ਜਾਂਦੇ ਹੋ ਅਤੇ ਉਦੋਂ ਬਿਲਕੁਲ ਕ੍ਰੋਧੀ ਹੋ ਜਾਂਦੇ, ਤਾਂ ਮਨ ਇੱਕਦਮ ਬਦਲਦਾ ਹੈ। ਇੱਕ ਵਿਚਾਰ 'ਤੇ ਟਿਕਦਾ ਨਹੀਂ, ਇੱਕ ਖਿਆਲ 'ਤੇ ਟਿਕਦਾ ਨਹੀਂ। ਫਿਰ ਚਿੱਤਰ ਅਨੇਕ ਹਨ, ਵਿਚਾਰ ਅਨੇਕ ਹਨ। ਫਿਰ ਵਿਚਾਰਾਂ ਦੇ ਨਾਲ ਜੁੜ ਕੇ ਵਿਚਾਰਸ਼ੀਲ ਹੋ ਜਾਂਦਾ ਹੈ। ਜਿਵੇਂ ਆਹ ਤੁਸੀਂ ਸੁਣ ਰਹੇ ਹੋ, ਇਹਨੂੰ ਅਗਰ ਵਿਚਾਰ ਦੇ ਤਲ 'ਤੇ ਸੋਚਣ ਲੱਗ ਜਾਓ, ਤੁਸੀਂ ਵਿਚਾਰਕ ਹੋ ਜਾਓਗੇ, ਪੰਡਿਤ ਹੋ ਜਾਓਗੇ, ਗਿਆਨੀ ਬਣ ਬੈਠੋਗੇ। ਮਨ ਹੀ ਗਿਆਨੀ ਬਣ ਬੈਠੇਗਾ, ਉਹ ਕਹੇਗਾ ਮੈਂ ਜਾਣ ਲਿਆ, ਗਿਆਨ ਤੇ ਹੋ ਹੀ ਗਿਆ, ਪਤਾ ਲੱਗ ਗਿਆ, ਅਤੇ ਮਨ ਜਾਣਕਾਰ ਬਣ ਬਹਿ ਜਾਏਗਾ। ਇਵੇਂ ਹੀ ਬਹੁਤਿਆਂ ਦੇ ਮਨ ਜਾਣਕਾਰ ਬਣ ਬੈਠਦੇ ਆ, ਉਹਨਾਂ ਨੂੰ ਸਾਰਾ ਹੀ ਪਤਾ ਹੁੰਦਾ। ਅਤੇ ਇਹ ਸੁਣ ਸੁਣ ਕੇ ਅਗਰ ਤੁਸੀਂ ਸਮਝ ਦੇ ਤਲ 'ਤੇ ਹੀ ਸਮਝ ਲਓ ਅਤੇ ਤੁਸੀਂ ਵਿਚਾਰਕ ਹੋ ਜਾਓਗੇ। ਕਈ ਸਾਰੇ ਦਿਹਾੜੀ ਵਿਚਾਰ ਹੀ ਕਰਦੇ ਰਹਿੰਦੇ ਹਨ, ਉਹ ਸੋਚਦੇ ਹਨ ਇਹੋ ਹੀ ਧਰਮ ਹੈ। ਨਹੀਂ, ਵਿਚਾਰ ਧਰਮ ਨਹੀਂ ਹੈ। ਵਿਚਾਰ ਤੇ ਮਨ ਦੇ ਤਲ 'ਤੇ ਚੱਲ ਰਿਹਾ ਹੈ, ਅਤੇ ਸਮ੍ਰਿਤੀ ਦੇ ਵਿੱਚ ਉਹ ਸ਼ਬਦ ਜਿਹੜੇ ਹਨ ਉਹ ਯਾਦ ਹੋ ਰਹੇ ਹਨ, ਅਤੇ ਸਮ੍ਰਿਤੀ ਦੇ ਨਾਲ ਮਨ ਜੁੜ ਰਿਹਾ ਹੈ। ਤਾਂ ਮਨ ਨੂੰ ਹਟਾਉਣਾ ਹੈ ਨਾ, ਉਨਮਨ ਰਹੇ, ਜੋੜਨਾ ਨਹੀਂ ਹੈ ਮਨ ਨੂੰ ਕਿਤੇ ਵੀ, ਪਰ ਜੁੜ ਜਾਂਦਾ ਹੈ ਮਨ। ਆਹ ਜਿਵੇਂ ਇਹਨਾਂ ਨੇ ਆਪਣਾ ਨਾਮ ਉੱਪਰ ਨੀਚਾਣ ਨੀਚ ਲਿਖਿਆ ਹੋਇਆ ਹੈ,
ਤੇ ਜ਼ਿਆਦਾਤਰ ਧਾਰਮਿਕ ਲੋਕਾਂ ਨੂੰ ਇਹ ਖਿਆਲ ਹੈ ਨਾ ਵੀ ਆਪਣੇ ਆਪ ਨੂੰ ਨੀਵਾਂ ਅਖਵਾਵਾਂਗੇ। ਤੇ ਨੀਵਾਂ ਅਖਵਾਉਣਾ ਕਿਉਂ ਹੈ? ਇਸ ਢੰਗ ਦੇ ਬਹੁਤ ਧਾਰਮਿਕ ਲੋਕ ਸ਼ਬਦ ਉਪਯੋਗ ਕਰਦੇ ਹਨ। ਕੋਈ ਮਿਸਕੀਨ ਅਖਵਾਉਂਦਾ ਹੈ, ਕੋਈ ਕੁੱਕਰ ਅਖਵਾਉਂਦਾ ਹੈ, ਪਰ ਅਖਵਾਉਂਦਾ ਕਿਉਂ ਹੈ? ਇਸੇ ਕਾਰਨ ਹੀ ਵੀ ਧਾਰਮਿਕ ਜਗਤ ਦੇ ਵਿੱਚ ਜਿਹੜਾ ਨੀਵਾਂ ਖਵਾਉਂਦਾ ਹੈ ਉਹਨਾਂ ਨੂੰ ਮਹਾਨ ਸਮਝਿਆ ਜਾਂਦਾ ਹੈ। ਇਹ ਖਿਆਲ ਹੈ ਨਾ। ਜੇ ਖਿਆਲ ਨਾ ਹੋਏ ਤੇ ਆਦਮੀ ਨਾਮ ਹੀ ਲਿਖ ਦੇ। ਨਾਮ ਭਾਵੇਂ ਰੱਖਿਆ ਹੋਇਆ ਸਰੀਰ ਦਾ, ਫਿਰ ਵੀ ਤੁਸੀਂ ਨਾਮ ਦੇ ਨਾਲ ਜ਼ਿਆਦਾ ਜੁੜੇ ਹੋਏ ਹੋ। ਅਗਰ ਨਾਮ ਲੈ ਕੇ ਤੁਹਾਨੂੰ ਕੋਈ ਗਾਲ ਕੱਢੇ ਤੇ ਜ਼ਿਆਦਾ ਕ੍ਰੋਧ ਆਵੇਗਾ। ਅਗਰ ਨਾਮ ਤੋਂ ਬਗੈਰ ਗਾਲ ਕੱਢ ਦੇਵੇਗਾ ਤਾਂ ਤੁਹਾਨੂੰ ਨਹੀਂ ਕ੍ਰੋਧ ਆਵੇਗਾ ਬਹੁਤਾ, ਵੀ ਪਤਾ ਨਹੀਂ ਕਿਹਨੂੰ ਕੱਢੀ। ਨਾਮ ਲੈ ਕੇ ਕੋਈ ਗੱਲ ਕਹੇਗਾ ਤੁਹਾਨੂੰ ਜ਼ਿਆਦਾ ਲੱਗਦੀ ਹੈ ਝੂਠ। ਇਸ ਕਰਕੇ ਮੈਂ ਕਈ ਵਾਰ ਨਾਮ ਲੈ ਕੇ ਕੋਈ ਗੱਲ ਕਰਦਾ ਸਿੱਧੀ ਸਿੱਧੀ, ਕਿਉਂਕਿ ਤੁਸੀਂ ਜੁੜੇ ਹੋਏ ਹੋ ਆਪਣੇ ਨਾਮ ਦੇ ਨਾਲ, ਤੁਸੀਂ ਸਰੀਰ ਦੇ ਨਾਲ ਜੁੜੇ ਹੋਏ ਹੋ। ਇਹੋ ਹੀ ਨਾਮ ਰੂਪ ਹੈ। ਤੇ ਨਾਮ ਵੀ ਸੋਚਿਆ ਗਿਆ ਹੈ, ਤੁਹਾਨੂੰ ਵਾਰ-ਵਾਰ ਚਿਤਾਇਆ ਗਿਆ ਹੈ। ਤੁਸੀਂ ਯਾਦ ਕਰ ਲਿਆ ਮੇਰਾ ਨਾਮ, ਮੇਰੀ ਜਾਤ, ਮੇਰੇ ਪਾਤ, ਮੇਰਾ ਘਰ, ਮੇਰਾ ਧਰਮ। ਇਹ ਸਿਰਫ ਸੋਚਿਆ ਹੋਇਆ ਹੈ। ਤੁਸੀਂ ਉਹ ਸੋਚ ਦੇ ਨਾਲ ਜੁੜੇ ਹੋਏ ਹੋ। ਤੇ ਸਰੀਰ ਨੂੰ ਵੀ ਤੁਸੀਂ ਆਪਣਾ ਆਪ ਹੀ ਸਮਝਦੇ ਹੋ। ਇਹ ਮਨ ਪੰਜ ਤੱਤ ਕੋ ਸੀਓ, ਇਹ ਪੰਜ ਤੱਤ ਦਾ ਜੀਓ, ਇਹ ਵੀ ਮੈਂ ਹੀ ਹਾਂ। ਨਾ ਨਾਮ ਹੋ ਤੁਸੀਂ, ਨਾ ਤੁਸੀਂ ਰੂਪ ਹੋ। ਤੇ ਜਿਹੜੇ ਬਾਹਰ ਰੂਪ ਦੇਖ ਰਹੇ ਹੋ ਉਹ ਤੁਸੀਂ ਕਿਵੇਂ ਹੋ ਸਕਦੇ ਹੋ? ਉਹ ਫਿਰ ਰੂਪ ਹਰ ਵਕਤ ਮਰ ਰਹੇ ਹਨ। ਜੋ ਵੀ ਤੁਸੀਂ ਦੇਖ ਰਹੇ ਹੋ ਹਰ ਵਕਤ ਹੀ ਮਿਟ ਰਿਹਾ ਹੈ। ਥਿਰ ਨਹੀਂ ਹੈ ਨਾ ਇਹ ਰੂਪ। ਇਸ ਕਰਕੇ ਇਹਨਾਂ ਰੂਪਾਂ ਨੂੰ ਵਾਰ-ਵਾਰ ਥਿਰ ਕਰਨਾ ਪੈਂਦਾ ਹੈ, ਟਿਕਾਉਣਾ ਪੈਂਦਾ ਹੈ। ਭੁੱਲ ਜਾਂਦੇ ਹਨ, ਖਿਆਲ ਵਿੱਚ ਰੱਖਣੇ ਪੈਂਦੇ ਹਨ। ਰਾਤ ਦਿਨ ਯਾਦ ਬਣਾਉਣੀ ਪੈਂਦੀ ਹੈ। ਅਤੇ ਆਦਮੀ ਵਿਚਾਰਾਂ ਦੇ ਤਲ 'ਤੇ ਜੀਣਾ, ਸਿਮਰਤੀ 'ਚ ਜੀਣਾ ਸ਼ੁਰੂ ਕਰ ਦਿੰਦਾ। ਫਿਰ ਜੋ ਬੁਰੇ ਵਿਚਾਰ ਹਨ, ਬੁਰੀਆਂ ਆਕਰਤੀਆਂ ਹਨ, ਉਹ ਵੀ ਤੁਹਾਡੇ ਅੰਦਰ ਹਨ। ਉਹਨਾਂ ਦੇ ਨਾਲ ਮਨ ਜੁੜ ਜਾਂਦਾ ਹੈ। ਫਿਰ ਬਹੁਤ ਦੁੱਖ ਹੁੰਦਾ ਹੈ, ਕਿਉਂਕਿ ਮਨ ਬੁਰਾ ਹੋਣਾ ਸ਼ੁਰੂ ਹੋ ਜਾਂਦਾ। ਚੰਗੇ ਵਿਚਾਰਾਂ ਨਾਲ ਜੁੜਦਾ ਹੈ ਅਤੇ ਖੁਸ਼ ਹੋ ਜਾਂਦਾ, ਚੰਗਾ ਹੋਣਾ ਸ਼ੁਰੂ ਹੋ ਜਾਂਦਾ। ਜੁੜਦਾ ਵਿਚਾਰਾਂ ਨਾਲ ਹੀ। ਅਤੇ ਜੈਸਾ ਵੀ ਮਨ ਪਕੜਦਾ ਹੈ, ਫਿਰ ਖਿਆਲ ਵਿੱਚ ਰੱਖੋ ਇਹ ਮਨ ਲੈ ਜੋ ਉਨਮਨ ਰਹੇ, ਤੀਨ ਲੋਕ ਕੀ ਬਾतें ਕਹੇ। ਕਹਿੰਦੇ ਹਨ ਵੀ ਇਹ ਜਿਹੜਾ ਮਨ ਹੈ ਇਹ ਬਾਹਰ ਹੀ ਹੈ, ਸੰਸਾਰ ਤੋਂ ਪੈਦਾ ਹੋਇਆ। ਅਤੇ ਜਿਹੜਾ ਵਾਸਤਵਿਕ ਹੈ ਪਿੱਛੋਂ ਤੁਹਾਨੂੰ ਮਿਲਿਆ ਹੋਇਆ, ਜਦੋਂ ਉੱਥੇ ਤੁਸੀਂ ਪਹੁੰਚ ਜਾਂਦੇ ਹੋ, ਜਿਹੜਾ ਸਾਫ਼ ਹੈ, ਬਿਲਕੁਲ ਸਵੱਛ ਹੈ। ਇਸ ਕਰਕੇ ਕਹਿੰਦੇ ਨੇ ਨਿਰਮਲ ਕਰਨਾ ਹੈ, ਸਵੱਛ ਕਰਨਾ ਹੈ, ਭਾਵ ਕਿ ਇਹ ਆਕਾਰਾਂ ਵੱਲੋਂ ਹਟਾਉਣਾ ਹੈ। ਅਤੇ ਆਕਾਰਾਂ ਵੱਲੋਂ ਹਟਾਉਣ ਵਾਸਤੇ ਇਸੇ ਕਾਰਨ ਹੀ ਬਹੁਤ ਸਾਰੇ ਜਿਹੜੇ ਸਾਧਕ ਸਨ ਉਹ ਆਕਾਰ ਤੋਂ ਦੂਰ ਚਲੇ ਜਾਂਦੇ ਸਨ ਸੰਸਾਰ ਤੋਂ, ਕਿਉਂਕਿ ਇੱਥੇ ਆਕਾਰ ਬਦਲ ਰਹੇ ਹਨ ਨਾ ਹਰ ਵਕਤ। ਅਤੇ ਮਨ ਪਕੜ ਰਿਹਾ ਹੈ ਆਕਾਰਾਂ ਨੂੰ। ਨਵੀਆਂ ਨਵੀਆਂ ਚੀਜ਼ਾਂ ਆ ਰਹੀਆਂ ਅਜੋਕੇ ਸਮੇਂ 'ਚ, ਨਵੀਆਂ ਨਵੀਆਂ ਘਟਨਾਵਾਂ ਆ ਸੋਸ਼ਲ ਮੀਡੀਆ 'ਤੇ ਨਵੀਆਂ ਨਵੀਆਂ ਗੱਲਾਂ ਪਕੜ ਰਿਹਾ ਹੈ, ਮਨ ਚੱਲ ਰਿਹਾ ਹੈ। ਅਤੇ ਸਾਧਕ ਇਸੇ ਕਾਰਨ ਹੀ ਦੂਰ ਚਲੇ ਜਾਂਦੇ ਸਨ,
ਵੀ ਇੱਕ ਜਗ੍ਹਾ ਜਿੱਥੇ ਕੁਛ ਨਵਾਂ ਹੋਵੇ ਹੀ ਨਾ, ਨਵਾਂ ਰੂਪ ਰੰਗ ਦੇਖਣ ਨੂੰ ਨਾ ਮਿਲੇ, ਤੇ ਬਾਹਰੀ ਰੂਪ ਰੰਗਾਂ ਤੋਂ ਛੁਟਕਾਰਾ ਹੋਵੇ ਪਹਿਲਾਂ, ਫਿਰ ਅੰਦਰਲੀ ਗੱਲ ਹੋਵੇਗੀ। ਤੇ ਇਸੇ ਕਾਰਨ ਇਕਾਂਤ 'ਚ ਬਹਿੰਦੇ ਸਨ, ਜਿੱਥੇ ਕੋਈ ਬਦਲਾਹਟ ਘੱਟ ਹੁੰਦੀ ਹੈ। ਬੌਧ ਭਿਕਸ਼ੂਆਂ ਨੇ ਤੇ ਆਪਣੀਆਂ ਜਗ੍ਹਾ ਐਸੇ ਢੰਗ ਦੇ ਨਾਲ ਬਣਾਈਆਂ ਹੋਈਆਂ ਸਨ ਵੀ ਜਿੱਥੇ ਪੱਥਰ ਦੇ ਗਾਰਡਨ ਹਨ, ਉਹ ਦਰਖਤ ਵੀ ਨਹੀਂ ਲਾਉਂਦੇ ਸਨ ਵੀ ਬਦਲਾਹਟ ਹੀ ਨਾ ਹੋਵੇ ਤਾਂ ਮਨ ਚੱਲੇ ਹੀ ਨਾ। ਮਨ ਚੱਲਦਾ ਹੈ ਬਦਲਾਹਟ ਸੇ। ਅਜੋਕੇ ਸਮੇਂ 'ਚ ਬਦਲਾਹਟ ਬਹੁਤ ਛੇਤੀ ਹੋ ਰਹੀ ਹੈ ਬਾਹਰ, ਇਸ ਕਰਕੇ ਮਨ ਲੋਕਾਂ ਦਾ ਬਹੁਤ ਤੇਜ਼ ਚੱਲਦਾ ਹੈ, ਅੱਠੇ ਪਹਿਰ ਹੀ ਚੱਲ ਰਿਹਾ ਹੈ। ਛੋਟੇ ਛੋਟੇ ਬੱਚਿਆਂ ਦਾ ਬੜੀ ਸਪੀਡ ਨਾਲ ਚੱਲ ਪਿਆ ਮਨ, ਤੇ ਗਾਂਹ ਤੋਂ ਗਾਂਹ ਜਿੰਨਾ ਜ਼ਿਆਦਾ ਮਨ ਚੱਲੇਗਾ ਉਹਨਾਂ ਆਦਮੀ ਵਿਕਸ਼ਿਪਤ ਹੋਵੇਗਾ, ਪਰੇਸ਼ਾਨ ਹੋਵੇਗਾ, ਦੁਖੀ ਹੋਵੇਗਾ। ਤੇ ਮਨ ਜਿਹੜਾ ਹੈ ਨਾ, ਉਹ ਆਕਾਰਾਂ ਵੱਲੋਂ ਬਾਹਰੋਂ ਹਟਾਉਣਾ ਹੈ। ਇਸ ਕਰਕੇ ਬਹੁਤਾ ਸੋਚਣਾ ਨਹੀਂ ਹੈ, ਕਿਸੇ ਦੇ ਨਾਲ ਜੁੜਨਾ ਨਹੀਂ ਹੈ। ਉੱਪਰਲੀਆਂ ਪੰਕਤੀਆਂ 'ਚ ਕਬੀਰ ਜੀ ਕਹਿੰਦੇ ਹਨ, ਮਮਾ ਮੂਲ ਗਹਿਆ ਮਨ ਮਾਨੈ, ਮਰਮੀ ਹੋਏ ਸੋ ਮਨ ਕੋ ਜਾਣੇ। ਕਹਿੰਦਾ ਜਿਹੜਾ ਮਰਮੀ ਹੈ ਨਾ, ਉਹ ਹੀ ਮਨ ਨੂੰ ਜਾਣਦਾ। ਭਾਵ ਕਿ ਜਿਹੜਾ ਉਨਮਨ ਤੂੰ ਵੀ ਪਾਰ ਹੋ ਗਿਆ। ਪਹਿਲਾਂ ਤਾਂ ਇਸ ਮਨ ਨੂੰ ਛੱਡਣਾ ਹੈ, ਉਨਮਨ ਹੋਣਾ ਹੈ। ਇਹ ਮਨ ਬਣ ਰਿਹਾ ਸੰਸਾਰ ਤੋਂ, ਇਸ ਕਰਕੇ ਸੰਸਾਰ ਵੱਲੋਂ ਧਿਆਨ ਹਟਾਉਣਾ ਹੈ, ਆਕਾਰ ਵੱਲੋਂ। ਆਕਾਰ ਦਾ ਚਿੰਤਨ ਨਹੀਂ ਕਰਨਾ ਹੈ, ਸੋਚਣਾ ਨਹੀਂ। ਅਤੇ ਹੌਲੀ ਹੌਲੀ ਤੁਸੀਂ ਆਕਾਰ ਵੱਲੋਂ ਹਟੋਗੇ ਅਤੇ ਉਹ ਵਾਸਤਵਿਕ ਆਪਣੇ ਪੁਰਾਣੇ ਮਨ ਦੇ ਵਿੱਚ ਜਿਹੜਾ ਤੁਹਾਨੂੰ ਮਿਲਿਆ ਹੋਇਆ ਉਹਦੇ ਜਾਓਗੇ। ਫਿਰ ਉੱਥੇ ਤਿੰਨ ਲੋਕ ਕੀ ਪਰਮਾਤਮਾ ਦੀਆਂ ਗੱਲਾਂ ਹੋਣਗੀਆਂ। ਫਿਰ ਉਸ ਤੋਂ ਅੱਗੇ, ਫਿਰ ਉਸ ਤੋਂ ਅੱਗੇ, ਫਿਰ ਉਸ